ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੋ ਇੰਡੀਆ ਤੇ ਕੈਨੇਡਾ ਦੇ ਵਿੱਚ ਚੱਲ ਰਿਹਾ ਹੈਗਾ ਆ, ਉਹਨੂੰ ਲੈ ਕੇ ਆਪਾਂ ਕੱਲ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ। ਨਾਲ ਦੀ ਨਾਲ ਸੈਕਰਾਮੈਂਟੋ ਵੀ ਕੈਲੀਫੋਰਨੀਆ ਦਾ ਇੱਕ ਬਹੁਤ ਵੱਡਾ ਨਿਊਜ਼ਪੇਪਰ ਆ, ਉਹਨਾਂ ਨੇ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਕੈਨੇਡਾ ਤੋਂ ਬਾਅਦ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਇੰਡੀਅਨ ਏਜੰਸੀਜ਼ ਆ ਉਹ ਸਿੱਖ ਐਕਟਿਵਿਸਟ ਨੂੰ ਡਰਾ ਰਹੀਆਂ, ਗੁਰੂ ਘਰਾਂ ਦੇ ਵਿੱਚ ਜਾ ਕੇ ਗ੍ਰੰਥੀ ਸਿੰਘਾਂ ਨੂੰ ਡਰਾ ਰਹੀਆਂ ਹੈਗੀਆਂ। ਆਸਟ੍ਰੇਲੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਦੀ ਕੀ ਸਟੇਟਮੈਂਟ ਹੈ, ਇਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਅੱਜ ਡਿਸਕਸ ਕਰਾਂਗੇ। ਕੈਨੇਡਾ ਨੇ ਆਪਣੇ 41 ਦੇ ਕਰੀਬ ਡਿਪਲੋਮੈਟਸ ਨੂੰ ਇੰਡੀਆ ਤੋਂ ਬੁਲਾ ਰਿਹਾ ਹੈਗਾ, ਕਿਉਂਕਿ ਇੰਡੀਆ ਵਾਲਿਆਂ ਨੇ ਇਹ ਕਿਹਾ ਸੀ ਵੀ ਅਸੀਂ ਉਹਨਾਂ ਦੀ ਜਿਹੜੀ ਇਮਿਊਨਿਟੀ ਹੁੰਦੀ ਆ ਉਹ ਕੈਂਸਲ ਕਰਨ ਜਾ ਰਹੇ ਆ ਜੇ ਉਹ ਮੂਵ ਨਹੀਂ ਹੁੰਦੇ ਹੈਗੇ। ਸੋ ਟੋਟਲ 62 ਦੇ ਕਰੀਬ ਡਿਪਲੋਮੈਟਸ ਕੈਨੇਡਾ ਦੇ ਇੰਡੀਆ ਵਿੱਚ ਸੀਗੇ, ਜਿਨ੍ਹਾਂ ਚੋਂ 41 ਨੂੰ ਪਲੱਸ ਉਹਨਾਂ ਦੇ ਜਿਹੜੇ ਸਪਾਊਜ਼ਸ ਆ 41 ਦੇ ਕਰੀਬ ਉਹ ਆ, ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੈਗਾ। ਜਸਟਿਨ ਟਰੂਡੋ ਨੇ ਜਦੋਂ ਕਲੇਮ ਕੀਤਾ ਸੀ ਉੱਥੇ ਹਾਊਸ ਆਫ ਕਾਮਨਸ ਦੇ ਵਿੱਚ, ਤਦ ਤੋਂ ਹੀ ਇਹ ਜਿਹੜਾ ਇਸ਼ੂ ਚੱਲ ਰਿਹਾ ਹੈ। ਇੰਡੀਆ ਵਾਲਿਆਂ ਨੇ ਸਾਰਿਆਂ ਦਾ ਵੀਜ਼ਾ ਸਰਵਿਸ ਸਸਪੈਂਡ ਕੀਤਾ ਹੋਇਆ ਹੈਗਾ, ਕੈਨੇਡਾ ਤੋਂ ਨਵੇਂ ਵੀਜ਼ਾ ਨਹੀਂ ਦੇ ਰਹੇ ਹੈਗੇ ਤੇ ਉੱਥੇ ਲੋਕ ਜਿਹੜੇ ਆ ਕਾਫੀ ਤੰਗ ਹੋ ਰਹੇ। ਪਰ ਦੂਸਰੇ ਪਾਸੇ ਕੈਨੇਡਾ ਨੇ ਇੰਡੀਆ ਦੇ ਵਿੱਚ ਇਦਾਂ ਦਾ ਕੁਝ ਨਹੀਂ ਕੀਤਾ, ਉਹ ਕਹਿੰਦੇ ਵੀ ਹਜੇ ਵੀ ਸਟਿਲ ਆਪਾਂ ਕੋਸ਼ਿਸ਼ ਕਰਾਂਗੇ ਜਿੰਨੀ ਸਰਵਿਸ ਕਰ ਸਕਦੇ ਆ, ਪਰ ਜੇ 2/3 ਡਿਪਲੋਮੈਟ ਵਾਪਸ ਆ ਗਏ ਆ ਉੱਥੋਂ ਤੇ ਉਹਨਾਂ ਦੀ ਜਿਹੜੀਆਂ ਸਰਵਿਸਿਜ਼ ਆ ਉਹ ਬਹੁਤ ਡਿਲੇ ਚੱਲਣਗੀਆਂ। ਕੈਨੇਡੀਅਨ ਫੋਰਨ ਮਿਨਿਸਟਰ ਮਿਲੈਨੀ ਜੋਲੀ ਨੇ ਇਹ ਕਿਹਾ ਆ ਵੀ ਜੋ 41 ਡਿਪਲੋਮੈਟਸ ਦਾ ਵਿਡਰਾਲ ਹੋਇਆ ਆ ਇਹ ਇੱਕ ਤਰ੍ਹਾਂ ਨਾਲ ਅਨਰੀਜ਼ਨੇਬਲ ਹੈਗਾ। ਕਹਿੰਦੇ ਵੀ ਕੈਨੇਡੀਅਨ ਤੇ ਸਾਡੇ ਜਿਹੜੇ ਡਿਪਲੋਮੈਟਸ ਆ ਉਹ ਸਾਡਾ ਟੌਪ ਕੰਸਰਨ ਹੈਗਾ ਆ, ਕਿਉਂਕਿ ਇੰਡੀਆ ਦਾ ਜੋ ਐਕਸ਼ਨ ਸੀਗਾ ਉਹ ਕਹਿੰਦੇ ਆਪਣੇ ਡਿਪਲੋਮੈਟਸ ਦੀ ਸੇਫਟੀ ਦਾ ਇੱਕ ਬਹੁਤ ਵੱਡਾ ਕੰਸਰਨ ਸੀਗਾ। ਉਹਨਾਂ ਨੇ ਕਿਹਾ ਵੀ ਜੋ ਸਿਰਫ 21 ਡਿਪਲੋਮੈਟਸ ਉਸ ਮੁਲਕ ਦੇ ਵਿੱਚ ਇੰਡੀਆ ਦੇ ਵਿੱਚ ਇਸ ਟਾਈਮ ਰਹਿ ਗਏ ਹੈਗੇ ਆ। ਜੀ ਬਿਲਕੁਲ। ਉਧਰ ਜਿਹੜਾ ਆਸਟ੍ਰੇਲੀਆ ਦੀ ਇੰਟੈਲੀਜੈਂਸ ਦਾ ਚੀਫ ਜਿਹੜਾ ਆ, ਆਸਟ੍ਰੇਲੀਅਨ ਸਿਕਿਉਰਿਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ ASIO, ਮਾਈਕ ਬਰਗਸ, ਉਹਨਾਂ ਨੇ ਕੱਲ ਦਿੱਤੀ ਹੈ ਕਿ ਉੱਥੇ ਦੀ ਆਸਟ੍ਰੇਲੀਆ ਦੀ ABC ਨਿਊਜ਼ ਦੀ ਇੰਟਰਵਿਊ ਦੇ ਵਿੱਚ ਇਹ ਚੀਜ਼ ਨੂੰ ਕਿਹਾ, ਕਹਿੰਦੇ ਵੀ ਸਾਡੇ ਕੋਲ ਕੋਈ ਅਜਿਹਾ ਰੀਜ਼ਨ ਨਹੀਂ ਆ ਵੀ ਜੋ ਕੈਨੇਡਾ ਕਹਿ ਰਿਹਾ ਆ ਵੀ ਉਸ ਨੂੰ ਅਸੀਂ ਡਿਸਪਿਊਟ ਕਰੀਏ ਵੀ ਜਾਂ ਉਹਨੂੰ ਹੋਰ ਢੰਗ ਦੇ ਨਾਲ ਜਿਹੜਾ ਉਹ ਦੇਖੀਏ। ਕਹਿੰਦੇ ਵੀ ਜਿਹੜੀਆਂ ਐਲੀਗੇਸ਼ਨਸ ਆ ਇਹ ਬਹੁਤ ਹੀ ਸੀਰੀਅਸ ਕਾਈਂਡਸ ਆ। ਇਹ ਜਿਹੜੇ ਆਸਟ੍ਰੇਲੀਆ ਦੇ ਜਿਹੜੇ ਸਪਾਈ ਚੀਫ ਨੇ, ਇਹ ਕਹਿ ਲਓ ਵੀ ਖੂਫੀਆ ਏਜੰਸੀ ਦੇ ਮੁਖੀ ਨੇ, ਇਹ 5 ਆਈਜ਼ ਕੰਟਰੀਜ਼ ਦੇ ਵਿੱਚੋਂ ਆਸਟ੍ਰੇਲੀਆ ਦੀ ਨੁਮਾਇੰਦਗੀ ਇੱਕ ਹਿਸਾਬ ਦੇ ਨਾਲ ਉੱਥੇ ਕਰ ਰਹੇ ਨੇ। ਪਿਛਲੇ ਮਹੀਨੇ 18 ਤਰੀਕ ਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹਨਾਂ ਨੇ ਜਿਹੜਾ ਹਾਊਸ ਆਫ ਪਾਰਲੀਮੈਂਟ ਆ ਉਸ ਦਾ ਜਿਹੜਾ ਹੇਠਲਾ ਸਦਨ ਆ ਉਸ ਵਿੱਚ ਇਹ ਖੜ ਕੇ ਬਿਆਨ ਦਿੱਤਾ ਸੀਗਾ ਵੀ ਉਹਨਾਂ ਦੇ ਕੋਲ ਕ੍ਰੈਡੀਬਲ ਐਲੀਗੇਸ਼ਨ ਨੇ ਭਾਰਤੀ ਸਰਕਾਰ ਦੇ ਏਜੰਟਸ ਦਾ ਤੇ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਲੀਡਰ ਆ ਹਰਦੀਪ ਸਿੰਘ ਨਿੱਜਰ, ਉਹਨਾਂ ਦਾ ਕਤਲ ਜਿਹੜਾ ਉਹ ਕਰਾਉਣ ਨੂੰ ਲੈ ਕੇ ਉਹਨਾਂ ਦੇ ਕੋਲ ਇੱਕ ਅਜਿਹੀ ਕ੍ਰੈਡੀਬਲ ਐਵੀਡੈਂਸ ਜਿਹੜਾ ਉਹ ਹੈਗਾ ਆ। ਸੋ ਹੁਣ ਆਸਟ੍ਰੇਲੀਆ ਦੇ ਇੰਟੈਲੀਜੈਂਸ ਚੀਫ ਨੇ ਵੀ ਉਸ ਗੱਲ ਦੇ ਉੱਤੇ ਇੱਕ ਵਾਰੀ ਫੇਰ ਪੁਸ਼ਟੀ ਜਿਹੜੀ ਆ ਉਹ ਕੀਤੀ ਆ। ਕਹਿੰਦੇ ਵੀ ਸਾਡੇ ਕੋਲ ਅਜਿਹਾ ਕੋਈ ਕਾਰਨ ਨਹੀਂ ਆ ਵੀ ਅਸੀਂ ਉਹਨਾਂ ਦੀ ਇਸ ਐਲੀਗੇਸ਼ਨ ਨੂੰ ਡਿਸਪਿਊਟ ਕਰੀਏ। ਸੋ ਲੱਗਦਾ ਆ ਵੀ ਇਹਨਾਂ ਨੇ ਵੀ 5 ਆਈਜ਼ ਦੇ ਵਿੱਚ ਉਹ ਇੰਟੈਲੀਜੈਂਸ ਜਿਹੜੀ ਆ ਉਹ ਦੇਖੀ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਐਲੀਗੇਸ਼ਨ ਕੋਈ ਮੁਲਕ ਲਾਉਂਦਾ ਆ, ਖਾਸ ਕਰਕੇ ਜਦੋਂ ਉਹਨਾਂ ਦੇ ਮੁਲਕ ਦੇ ਵਿੱਚ ਉਹਨਾਂ ਦੇ ਨਾਗਰਿਕ ਦੀ ਹੱਤਿਆ ਕੀਤੀ ਜਾਂਦੀ ਹੈ, ਐਗਜ਼ੀਕਿਊਸ਼ਨ ਕੀਤੀ ਜਾਂਦੀ ਆ, ਉਹ ਬਹੁਤ ਹੀ ਸੀਰੀਅਸ ਐਲੀਗੇਸ਼ਨ ਹੁੰਦਾ ਆ ਤੇ ਇਹ ਕੋਈ ਅਜਾਏ ਕੋਈ ਸੁੱਤਾ ਉੱਠ ਕੇ ਜਿਹੜਾ ਆ ਕੇ ਨਹੀਂ ਕਰ ਦਿੰਦਾ। ਜਿਹੜੇ ਕੋਈ ਨੇਸ਼ਨਸ ਆ ਉਹ ਇਦਾਂ ਨਹੀਂ ਜਿਹੜੇ ਉਹ ਕਰ ਦਿੰਦੇ। ਕੱਲ ਆਈ ਥਿੰਕ ਜਿਹੜੀ ਕੈਨੇਡਾ ਦੀ ਇੱਕ ਲੋਕਲ ਜਿਹੜੀ ਅਖਬਾਰ ਆ, ਵੱਡੀ ਅਖਬਾਰ, ਉਹਨਾਂ ਦੇ ਓਪੀਨੀਅਨ ਆਰਟੀਕਲ ਦੇ ਵਿੱਚ ਵੀ ਇਹੀ ਛਾਪਿਆ ਸੀਗਾ। ਕਹਿੰਦੇ ਵੀ ਜਿਹੜਾ ਟ੍ਰੇਡ ਦਾ ਮਾੜਾ ਮੋਟਾ ਆ ਨੁਕਸਾਨ ਜਿਹੜਾ ਹੋਣਾ ਆ ਉਹ ਕੈਨੇਡਾ ਆ ਉਹ ਝੱਲਣ ਨੂੰ ਤਿਆਰ ਆ ਤੇ ਉਹ ਇੱਕ ਬਹੁਤ ਛੋਟਾ ਪ੍ਰਾਈਸ ਆ ਜਿਹੜੀ ਆਪਣੀ ਸੋਵਰਨਿਟੀ, ਜਿਸ ਨੂੰ ਪ੍ਰਭੂ ਸੱਤਾ ਆਖਿਆ ਜਾਂਦਾ ਆ, ਉਸ ਨੂੰ ਗਵਾਉਣ ਤੋਂ ਉਹ ਗਵਾਉਣ ਦਾ ਹੋਵੇ ਤੇ ਜੇ ਪ੍ਰਭੂ ਸੱਤਾ ਹੋਵੇ ਤਾਂ ਕਹਿੰਦੇ ਪ੍ਰਭੂ ਸੱਤਾ ਜ਼ਰੂਰੀ ਆ। ਟ੍ਰੇਡ ਜਿਹੜਾ ਜੇ ਗਵਾਚਦਾ ਹੈ ਤਾਂ ਉਹ ਗਵਾਚਣ ਨੂੰ ਕੋਈ ਚੱਕਰ ਨਹੀਂ ਹੈਗਾ। ਉਹਨਾਂ ਨੂੰ ਇਹ ਪੁੱਛਿਆ ਗਿਆ ਆਸਟ੍ਰੇਲੀਆ ਦੇ ਜਿਹੜੇ ਇੰਟੈਲੀਜੈਂਸ ਚੀਫ ਨੂੰ ਵੀ ਕਿ ਆਸਟ੍ਰੇਲੀਆ ਦੇ ਸਿੱਖਾਂ ਨੂੰ ਅਗਲਾ ਟਾਰਗੇਟ ਬਣਾਇਆ ਜਾ ਸਕਦਾ ਆ ਇੰਡੀਅਨ ਏਜੰਟਸ ਦੇ ਜਿਹੜਾ ਉਹ ਦੁਆਰਾ। ਉਹਨਾਂ ਨੇ ਕਿਹਾ ਵੀ ਸਾਡਾ ਕੰਮ ਇਹੀ ਆ, ਫਰਜ਼ ਇਹੀ ਆ
ਵੀ ਜੇ ਕੋਈ ਐਸਪੀਨਾਜ ਜਾਂ ਫੋਰਨ ਇੰਟਰਫੇਰੈਂਸ ਹੋ ਰਹੀ ਆ, ਉਸ ਦੇ ਉੱਤੇ ਨਜ਼ਰ ਰੱਖਣੀ ਤੇ ਉਸ ਨੂੰ ਇਫੈਕਟਿਵਲੀ ਡੀਲ ਜਿਹੜਾ ਆ ਉਹ ਕਰਨਾ। ਇਹ ਹੋਊਗਾ ਨਹੀਂ ਹੋਊਗਾ, ਇਹਦੇ ਉੱਤੇ ਮੈਂ ਜਨਤਕ ਤੌਰ ਦੇ ਉੱਤੇ ਕਹਿੰਦੇ ਮੈਂ ਕੋਈ ਸਪੈਕੂਲੇਸ਼ਨ, ਕੋਈ ਕਿਆਸ ਰਹੀਆਂ ਜਿਹੜੀਆਂ ਉਹ ਨਹੀਂ ਲਾ ਸਕਦਾ। ਪਰ ਕਹਿੰਦੇ ਵੀ ਅਪਰੋਪਰੀਏਟ ਨਹੀਂ ਹੈ ਇਸ ਚੀਜ਼ ਦੇ ਬਾਰੇ ਇਦਾਂ ਸੋਚਣਾ। ਤੇ ਕਹਿੰਦੇ ਵੀ ਇਹ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਆ ਵੀ ਜੇ ਸਾਨੂੰ ਕੋਈ ਸਰਕਾਰ ਸਾਡੇ ਮੁਲਕ ਦੇ ਵਿੱਚ ਇੰਟਰਫੇਅਰ ਕਰਦੀ ਮਿਲਦੀ ਆ, ਤਾਂ ਅਸੀਂ ਉਸ ਨੂੰ ਉਸੇ ਹੀ ਹਿਸਾਬ ਦੇ ਨਾਲ ਇਫੈਕਟਿਵਲੀ ਜਿਹੜਾ ਆ ਉਹ ਡੀਲ ਕਰਾਂਗੇ। ਸੋ ਰਾਈਟ ਨਾਓ ਆਸਟ੍ਰੇਲੀਆ ਵਿੱਚ ਵੀ ਉਹਨਾਂ ਨੇ ਕਿਹਾ ਵੀ ਮਲਟੀਪਲ ਕੰਟਰੀਜ਼ ਆ, ਉਹਨਾਂ ਨੇ ਟਰਾਈ ਕੀਤੀ ਸੀ ਆਸਟ੍ਰੇਲੀਅਨ ਸੁਸਾਇਟੀ ਦੇ ਵਿੱਚ ਇੰਟਰਫੇਅਰ ਕਰਨ ਦੀ। ਉਹਨਾਂ ਨੇ ਈਰਾਨ ਦਾ ਇੱਕ ਜਿਹੜਾ ਹਮਲਾ ਸੀ ਉਸ ਨੂੰ ਵੀ ਇਸ ਦੇ ਵਿੱਚ ਨੋਟ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹ ਕਾਫੀ ਇੱਕ ਵੱਡਾ ਬਿਆਨ, ਮਹੀਨੇ ਬਾਅਦ ਇੱਕ ਵਾਰੀ ਫੇਰ ਜਿਹੜਾ ਹਰਜੋਤ ਸਿੰਘ ਜੀ ਇਹ ਆਇਆ ਆਸਟ੍ਰੇਲੀਅਨ ਇੰਟੈਲੀਜੈਂਸ ਦੇ ਜਿਹੜੇ ਚੀਫ ਮਾਈਕ ਬਰਗਸ ਉਹਨਾਂ ਦੇ ਦੁਆਰਾ, ਵੀ ਕਹਿੰਦੇ ਵੀ ਅਸੀਂ ਡਿਸਪਿਊਟ ਨਹੀਂ ਕਰਦੇ, ਨਾ ਹੀ ਸਾਡੇ ਕੋਲ ਕੋਈ ਕਾਰਨ ਆ, ਅਜਿਹੀਆਂ ਜਿਹੜੀਆਂ ਐਲੀਗੇਸ਼ਨ ਆ ਤੇ ਐਵੀਡੈਂਸ ਜਿਹੜਾ ਉਹ ਇਸ ਟਾਈਮ ਕਹਿ ਰਹੇ ਆ ਕੈਨੇਡਾ ਬਾਰੇ। ਜੀ।